ਵੈਲਕਮ ਟੂ ਜੀਟੀ ਐਜੂਕੇਸ਼ਨ। ਅੱਜ ਆਪਾਂ ਸਟੱਡੀ ਕਰਾਂਗੇ ਯੂਨਾਈਟਿਡ ਨੇਸ਼ਨ ਬਾਰੇ। ਯੂਨਾਈਟਿਡ ਨੇਸ਼ਨ ਕਿਉਂ ਹੋਂਦ ਵਿੱਚ ਆਇਆ, ਯੂਨਾਈਟਿਡ ਨੇਸ਼ਨ ਕਦੋਂ ਹੋਂਦ ਵਿੱਚ ਆਇਆ ਤੇ ਯੂਨਾਈਟਿਡ ਨੇਸ਼ਨ ਦੇ ਕੀ ਕੰਮ ਨੇ, ਯੂਨਾਈਟਿਡ ਨੇਸ਼ਨ ਦੇ ਕਿਹੜੇ-ਕਿਹੜੇ ਆਰਗਨ ਨੇ ਤੇ ਉਹਨਾਂ ਦੇ ਕੀ ਕੰਮ ਨੇ। ਇਹ ਸਾਰੀਆਂ ਚੀਜ਼ਾਂ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ। ਤੁਸੀਂ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੁੰਦੀ ਹੈ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਸ਼ੁਰੂ ਕਰਦੇ ਹਾਂ। ਯੂਨਾਈਟਿਡ ਨੇਸ਼ਨ ਜਾਂ ਪੰਜਾਬੀ ਵਿੱਚ ਆਪਾਂ ਕਹਿੰਦੇ ਹਾਂ ਸੰਯੁਕਤ ਰਾਸ਼ਟਰ। ਡੈਫੀਨੇਸ਼ਨ ਦੇਖੋ, ਪਹਿਲਾਂ ਇੱਕ ਅੰਤਰ ਸਰਕਾਰੀ ਸੰਸਥਾ ਹੈ ਜਿਸ ਦਾ ਉਦੇਸ਼ ਹੈ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣਾ, ਰਾਸ਼ਟਰਾਂ ਦਰਮਿਆਨ ਦੋਸਤਾਨਾ ਸੰਬੰਧ ਵਿਕਸਿਤ ਕਰਨਾ, ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨਾ ਅਤੇ ਰਾਸ਼ਟਰਾਂ ਦੀਆਂ ਕਾਰਵਾਈਆਂ ਨੂੰ ਇਕਜੁੱਟ ਕਰਨ ਦਾ ਕੇਂਦਰ ਬਣਾਉਣਾ। ਸਿੰਪਲ ਸ਼ਬਦਾਂ 'ਚ ਮੈਂ ਦੱਸਦਾ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਇਸ ਸੰਸਥਾ ਦੇ, ਉਹਨਾਂ ਦੇ ਵਿੱਚ ਸ਼ਾਂਤੀ ਸਥਾਪਿਤ ਕਰਕੇ ਰੱਖਣਾ। ਸ਼ਾਂਤੀ ਸਥਾਪਿਤ ਕਰਨ ਲਈ ਅਲੱਗ-ਅਲੱਗ ਤਰੀਕੇ ਵਰਤਦੇ ਆ। ਫੂਡ ਸਿਕਿਉਰਿਟੀ ਦੇ ਉੱਪਰ ਕੰਮ ਕਰਦੇ ਆ, ਟ੍ਰੇਡ ਦੇ ਉੱਪਰ ਕੰਮ ਕਰਦੇ ਆ, ਹੈਲਥ ਦੇ ਉੱਪਰ ਕੰਮ ਕਰਦੇ ਆ ਤੇ ਲੇਬਰ ਨਾਲ ਸੰਬੰਧਿਤ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਉੱਪਰ ਕੰਮ ਕਰਦੇ ਆ ਤਾਂ ਕਿ ਦੁਨੀਆ ਭਰ ਦੇ ਵਿੱਚ ਸ਼ਾਂਤੀ ਸਥਾਪਿਤ ਰਹਿ ਸਕੇ। ਇਹਦੀ ਲੋੜ ਕਿਉਂ ਪਈ, ਯੂਨਾਈਟਿਡ ਨੇਸ਼ਨ ਸੰਸਥਾ ਬਣਾਉਣ ਦੀ ਜ਼ਰੂਰਤ ਕਿਉਂ ਪਈ, ਇਹ ਆਪਾਂ ਡਿਸਕਸ ਕਰਾਂਗੇ। ਵਾਈ ਡਿਡ ਯੂਨਾਈਟਿਡ ਨੇਸ਼ਨ ਕਮ ਇਨਟੂ ਐਗਜ਼ਿਸਟੈਂਸ, ਇਹ ਹੋਂਦ ਵਿੱਚ ਕਿਉਂ ਆਇਆ। ਆਪਾਂ ਨੂੰ ਪਤਾ ਕਿ ਦੁਨੀਆ ਭਰ ਵਿੱਚ ਦੋ ਵਿਸ਼ਵ ਯੁੱਧ ਹੋਏ। ਪਹਿਲਾ ਵਿਸ਼ਵ ਯੁੱਧ ਹੋਇਆ 28 ਜੁਲਾਈ 1914 ਤੋਂ ਲੈ ਕੇ 11 ਨਵੰਬਰ 1918 ਤੱਕ। ਇਹਦੇ ਵਿੱਚ ਦੋ ਮਿਲਟਰੀ ਗੁੱਟ ਸੀ, ਇੱਕ ਸੈਂਟਰਲ ਪਾਵਰ ਜਿਹਦੇ ਵਿੱਚ ਜਰਮਨੀ, ਆਸਟਰੀਆ, ਹੰਗਰੀ ਅਤੇ ਇਟਲੀ ਸੀ। ਦੂਜਾ ਟ੍ਰਿਪਲ ਅਲਾਇੰਸ ਸੀ ਜਿਹਦੇ ਵਿੱਚ ਫਰਾਂਸ, ਰੂਸ ਤੇ ਬ੍ਰਿਟਾਨੀਆ। ਜਿਹੜਾ ਟ੍ਰਿਪਲ ਅਲਾਇੰਸ ਸੀ ਇਹ ਕੰਟਰੀ ਫਰਾਂਸ, ਰਸ਼ੀਆ ਤੇ ਬ੍ਰਿਟੇਨ ਇਹ ਜਿੱਤ ਜਾਂਦੇ ਆ ਤੇ ਸੈਂਟਰਲ ਪਾਵਰਸ ਹਾਰ ਜਾਂਦੀਆਂ ਨੇ। ਇਸ ਯੁੱਧ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ, ਲਗਭਗ 4 ਕਰੋੜ ਲੋਕ ਮਾਰੇ ਜਾਂਦੇ ਨੇ। ਉਹਨਾਂ ਵਿੱਚ ਨਾਗਰਿਕ ਵੀ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਸੈਨਿਕ ਵੀ ਹੁੰਦੇ ਨੇ। ਇਸ ਤੋਂ ਇਲਾਵਾ ਕਰੋੜਾਂ ਲੋਕ ਜ਼ਖਮੀ ਹੋ ਜਾਂਦੇ ਨੇ। ਬਹੁਤ ਵੱਡੇ ਪੱਧਰ ਤੇ ਪ੍ਰਾਪਰਟੀ ਦਾ ਨੁਕਸਾਨ ਹੁੰਦਾ, ਕਰੋੜਾਂ ਲੋਕ ਬੇਘਰ ਹੋ ਜਾਂਦੇ ਨੇ। ਬਹੁਤ ਸਾਰੇ ਦੇਸ਼ ਬਰਬਾਦ ਹੋ ਜਾਂਦੇ ਨੇ, ਉਹਨਾਂ ਦਾ ਇਨਫਰਾਸਟ੍ਰਕਚਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਇੱਕ ਸੰਸਥਾ ਬਣਾਈ ਜਾਂਦੀ ਆ ਜਿਹਦੇ ਬਾਰੇ ਆਪਾਂ ਪੜਾਂਗੇ, ਜਿਹਨੂੰ ਆਪਾਂ ਕਹਿੰਦੇ ਆ ਦ ਲੀਗ ਆਫ ਨੇਸ਼ਨਸ। 1920 ਦੇ ਵਿੱਚ ਇੱਕ ਸੰਸਥਾ ਬਣਾਈ ਜਾਂਦੀ ਆ ਤਾਂ ਕਿ ਸ਼ਾਂਤੀ ਸਥਾਪਿਤ ਰਹਿ ਸਕੇ ਦੁਨੀਆ ਭਰ ਵਿੱਚ। ਦੁਨੀਆ ਭਰ ਵਿੱਚ ਦੁਬਾਰਾ ਫਿਰ ਕਦੇ ਐਵੇਂ ਦਾ ਵਿਸ਼ਵ ਯੁੱਧ ਨਾ ਹੋਵੇ, ਉਸ ਚੀਜ਼ ਨੂੰ ਰੋਕਣ ਲਈ ਇਹ ਸੰਸਥਾ ਹੋਂਦ ਵਿੱਚ ਆਉਂਦੀ ਆ। ਇਹ ਸੰਸਥਾ 10 ਜਨਵਰੀ 1920 ਨੂੰ ਹੋਂਦ ਵਿੱਚ ਆਉਂਦੀ ਆ। ਤੇ ਜਿਹੜੇ ਫਾਊਂਡਿੰਗ ਫਾਦਰ ਸੀ ਉਸ ਟਾਈਮ, ਉਹ ਕੌਣ ਸੀ? US ਦੇ ਇੱਕ ਪ੍ਰੈਜ਼ੀਡੈਂਟ ਸੀ ਜਿਨ੍ਹਾਂ ਦਾ ਨਾਮ ਸੀ ਵੁਡਰੋ ਵਿਲਸਨ। ਇਹ ਐਗਜ਼ਾਮ ਦੇ ਵਿੱਚ ਕਈ ਵਾਰ ਪੁੱਛਿਆ ਗਿਆ ਕਿ ਲੀਗ ਆਫ ਨੇਸ਼ਨ ਦੇ ਫਾਦਰ ਕੌਣ ਸੀ? ਵੁਡਰੋ ਵਿਲਸਨ। ਇਹ ਵੀ ਤੁਸੀਂ ਯਾਦ ਰੱਖਣਾ। ਤੇ 10 ਜਨਵਰੀ 1920 ਨੂੰ ਇਹ ਸੰਸਥਾ ਹੋਂਦ ਵਿੱਚ ਆਉਂਦੀ ਆ। ਇਹਦਾ ਪਰਪਸ ਕੀ ਸੀ? ਇਹਦਾ ਸੋਲ ਪਰਪਸ ਇਹੀ ਸੀ ਕਿ ਸ਼ਾਂਤੀ ਸਥਾਪਿਤ ਕਰਨਾ, ਜਿਹੜੀ ਹਥਿਆਰਾਂ ਦੀ ਦੌੜ ਹੈ ਜਾਂ ਡਰੱਗ ਟ੍ਰੈਫਿਕਿੰਗ ਹੈ, ਉਹ ਸਾਰੀਆਂ ਚੀਜ਼ਾਂ ਨੂੰ ਘੱਟ ਕਰਨਾ, ਹਰ ਇੱਕ ਸੰਭਵ ਕੋਸ਼ਿਸ਼ ਕਰਨਾ ਤਾਂ ਕਿ ਅੱਗੇ ਤੋਂ ਕੋਈ ਵਿਸ਼ਵ ਯੁੱਧ ਨਾ ਹੋਵੇ। ਇਹ ਸਾਰੀ ਚੀਜ਼ਾਂ ਬਾਰੇ ਲਈ ਕੰਮ ਕਰਨ ਲਈ ਇਹ ਬੋਡੀ ਜਿਹੜੀ ਬਣਾਈ ਗਈ ਸੀ। ਪਰ ਇਹ ਸੰਸਥਾ ਫੇਲ ਹੋ ਜਾਂਦੀ ਹੈ ਕਿਉਂਕਿ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਜਾਂਦਾ 1939 ਦੇ ਵਿੱਚ ਤੇ 1945 ਤੱਕ ਚੱਲਦਾ। ਲਗਭਗ 6 ਸਾਲ ਸੈਕੰਡ ਵਰਲਡ ਵਾਰ ਚੱਲਦਾ, ਜਿਹਦੇ ਵਿੱਚ 5 ਤੋਂ ਲੈ ਕੇ 7 ਕਰੋੜ ਤੱਕ ਜਿਹੜੀਆਂ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਨੇ। ਇਸ ਵਕਤ ਤੱਕ ਹਵਾਈ ਜਹਾਜ਼ ਦੀ ਖੋਜ ਹੋ ਚੁੱਕੀ ਹੈ ਤੇ ਉਹਨੂੰ ਵੀ ਲੜਾਈ ਦੇ ਵਿੱਚ ਵਰਤਿਆ ਜਾਣ ਲੱਗਿਆ ਸੀ, ਜਿਹਦੇ ਕਰਕੇ ਜਿਹੜੇ ਸਿਵਿਲੀਅਨ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਇੱਕ ਕੰਟਰੀ ਦਾ ਜਹਾਜ਼, ਲੜਾਕੂ ਜਹਾਜ਼ ਦੂਜੀ ਕੰਟਰੀ ਦੀ ਟੈਰੀਟਰੀ ਦੇ ਵਿੱਚ ਚਲਾ ਜਾਂਦਾ ਤੇ ਸਿਵਿਲੀਅਨ ਦੇ ਉੱਪਰ ਵੀ ਅਟੈਕ ਕਰਦਾ ਸੀ। ਇਹਦੇ ਨਾਲ ਕੀ ਸੀ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਆਮ ਲੋਕ ਸੀ, ਜਿਹੜੇ ਨਾਗਰਿਕ ਸੀ, ਉਹ ਵੀ ਮਾਰੇ ਗਏ। ਇਹਦੇ ਵਿੱਚ ਦੋ ਤਰ੍ਹਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਮੇਨਲੀ ਲੜਾਈ ਦੇ ਵਿੱਚ ਸ਼ਾਮਿਲ ਸੀ। ਇੱਕ ਸੀ ਐਕਸਿਸ ਪਾਵਰ। ਐਕਸਿਸ ਪਾਵਰ ਦੇ ਵਿੱਚ ਜਰਮਨੀ, ਇਟਲੀ ਤੇ ਜਾਪਾਨ ਸੀ। ਦੂਜੀ ਸੀ ਅਲਾਈਜ਼ ਪਾਵਰ। ਅਲਾਈਜ਼ ਪਾਵਰ ਦੇ ਵਿੱਚ ਸੀ ਫਰਾਂਸ, ਗ੍ਰੇਟ ਬ੍ਰਿਟੇਨ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਸੋਵੀਅਤ ਯੂਨੀਅਨ ਤੇ ਕੁਝ ਹੱਦ ਤੱਕ ਚਾਈਨਾ ਵੀ ਸ਼ਾਮਿਲ ਸੀ। ਸੋਵੀਅਤ ਯੂਨੀਅਨ ਅੱਜ ਕੱਲ੍ਹ ਆਪਾਂ ਰਸ਼ੀਆ ਨੂੰ ਹੀ ਕਹਿੰਦੇ ਹਾਂ। ਬੇਸਿਕਲੀ ਰਸ਼ੀਆ ਕਲੈਪਸ ਹੋ ਗਿਆ ਸੀ, ਟੁੱਟ ਗਿਆ ਸੀ ਰਸ਼ੀਆ 1991-92 ਦੇ ਵਿੱਚ। ਤੇ ਉਸ ਤੋਂ ਬਾਅਦ ਕੁਝ ਕੰਟਰੀ ਇਹ ਤੋਂ ਅਲੱਗ ਹੋਏ, ਜਿਸ ਤਰ੍ਹਾਂ ਲਾਟਵੀਆ, ਲਿਥੂਨੀਆ, ਕਜ਼ਾਕਿਸਤਾਨ ਵਗੈਰਾ, ਯੂਕਰੇਨ ਵੀ ਇਹ ਤੋਂ ਅਲੱਗ ਹੋਇਆ ਤੇ ਰਸ਼ੀਆ ਇੱਕ ਛੋਟਾ ਪਾਰਟ ਬਣ ਗਿਆ। ਅੱਜ ਵੀ ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਕੰਟਰੀ ਹੈ, ਬਟ ਉਸ ਟਾਈਮ ਇਹ ਬਹੁਤ ਵੱਡਾ ਪਾਰਟ ਸੀ ਜਿਹਨੂੰ ਆਪਾਂ ਕਹਿੰਦੇ USSR। ਇਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ, ਜਾਨੀ ਤੇ ਮਾਲੀ ਨੁਕਸਾਨ ਹੋਇਆ, ਜਿਸ ਤਰ੍ਹਾਂ ਵਰਲਡ ਵਾਰ 1 ਦੇ ਵਿੱਚ ਹੋਇਆ ਸੀ। ਬਟ ਵਰਲਡ ਵਾਰ 2 ਦੇ ਵਿੱਚ ਉਸ ਤੋਂ ਵੀ ਜ਼ਿਆਦਾ ਹੋਇਆ ਕਿਉਂਕਿ ਇਹਦੇ ਵਿੱਚ ਨਾਗਰਿਕ ਵੀ ਬਹੁਤ ਵੱਡੇ ਪੱਧਰ ਤੇ ਮਾਰੇ ਗਏ। ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਫਿਰ ਇੱਕ ਸੰਸਥਾ ਬਣਾਉਣ ਦੀ ਗੱਲ ਚੱਲੀ, ਜਿਹਦੇ ਨਾਲ ਯੂਨਾਈਟਿਡ ਨੇਸ਼ਨ ਸੰਸਥਾ ਜਿਹੜੀ ਹੋਂਦ ਵਿੱਚ ਆਈ, ਜਿਹਨੂੰ ਆਪਾਂ ਕਹਿੰਦੇ ਹਾਂ ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਇਸ ਤਰ੍ਹਾਂ ਨਾਲ ਹੀ ਹੋਂਦ 'ਚ ਆਇਆ। ਸੰਯੁਕਤ ਰਾਸ਼ਟਰ ਦੇ ਲਈ ਕੁਝ ਕੰਟਰੀ ਸੀ, ਲਗਭਗ 50 ਦੇ ਕਰੀਬ ਕੰਟਰੀ ਇਕੱਠੇ ਹੋ ਕੇ ਸੈਨ ਫਰਾਂਸਿਸਕੋ ਦੇ ਵਿੱਚ ਮਿਲਦੇ ਆ। ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ ਮਿਲਦੇ ਆ ਤੇ ਉੱਥੇ ਇੱਕ ਉਹ ਡਾਕੂਮੈਂਟ ਸਾਈਨ ਕਰਦੇ ਜਿਹਨੂੰ ਆਪਾਂ ਚਾਰਟਰ ਕਹਿੰਦੇ ਆ। ਇੱਕ ਡਾਕੂਮੈਂਟ ਦੇ ਉੱਪਰ ਸਾਈਨ ਕਰਦੇ ਆ ਕਿ ਆਪਾਂ ਸਾਰੇ ਮਿਲ ਕੇ ਸ਼ਾਂਤੀ ਲਈ ਕੰਮ ਕਰਾਂਗੇ ਦੁਨੀਆ ਭਰ ਦੇ ਵਿੱਚ। ਤੇ 50 ਮੈਂਬਰ ਉਸ ਟਾਈਮ ਉਹਦੇ ਉੱਪਰ ਸਾਈਨ ਕਰਦੇ ਆ ਤੇ ਇੱਕ ਜਗ੍ਹਾ ਰੱਖ ਦਿੱਤੀ ਜਾਂਦੀ ਆ। ਪੋਲੈਂਡ ਉਸ ਦਿਨ ਨਹੀਂ ਗਿਆ ਸੀ ਤੇ ਪੋਲੈਂਡ ਬਾਅਦ ਵਿੱਚ ਉਹਨੂੰ ਸਾਈਨ ਕਰਦਾ। ਕੁੱਲ ਮਿਲਾ ਕੇ ਕਿੰਨੇ ਕੰਟਰੀ ਹੋ ਜਾਂਦੇ ਆ? 51 ਕੰਟਰੀ ਹੋ ਜਾਂਦੀ ਹੈ। 51 ਕੰਟਰੀ ਹੁੰਦੇ ਜਿਹੜੇ ਸਾਈਨ ਕਰਦੇ ਆ ਇਸ ਚਾਰਟਰ ਨੂੰ। ਐਗਜ਼ਾਮ ਦੇ ਵਿੱਚ ਇਹ ਵੀ ਪੁੱਛ ਲਿਆ ਜਾਂਦਾ ਕਿ ਮੁੱਢਲੇ ਕਿੰਨੇ ਮੈਂਬਰ ਸੀ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨ ਦਾ ਚਾਰਟਰ ਸਾਈਨ ਕੀਤਾ, ਤਾਂ ਉਹਦਾ ਆਨਸਰ ਹੈ 51 ਕੰਟਰੀਜ਼। 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਕੰਮ ਕਰਨਾ ਸ਼ੁਰੂ ਕਰ ਦਿੰਦਾ। ਅਸੀਂ ਇੱਕ ਦਿਨ ਵੀ ਮਨਾਉਂਦੇ ਹਾਂ 24 ਅਕਤੂਬਰ ਨੂੰ, ਜਿਹਨੂੰ ਆਪਾਂ ਕਹਿੰਦੇ ਹਾਂ ਯੂਨਾਈਟਿਡ ਨੇਸ਼ਨ ਡੇ, ਸੰਯੁਕਤ ਰਾਸ਼ਟਰ ਦਿਵਸ। ਉਹ ਵੀ ਇਸ ਚੀਜ਼ ਨੂੰ
ਯਾਦ ਕਰਨ ਲਈ ਮਨਾਇਆ ਜਾਂਦਾ। ਉਸ ਟਾਈਮ ਜਿਹੜਾ ਇਹਦਾ ਚਾਰਟਰ ਸੀ, ਜਿਹੜਾ ਡਾਕੂਮੈਂਟ ਸੀ, ਉਹਨੂੰ ਅਪਰੂਵ ਕੀਤਾ ਗਿਆ ਕਿਹੜੇ ਕਿਹੜੇ ਕੰਟਰੀਜ਼ ਦੁਆਰਾ? ਚਾਈਨਾ, ਫਰਾਂਸ, ਸੋਵੀਅਤ ਯੂਨੀਅਨ, ਯੂਨਾਈਟਿਡ ਕਿੰਗਡਮ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੁਆਰਾ, ਜਿਹੜੇ ਅੱਜ ਦੇ ਪਰਮਾਨੈਂਟ ਮੈਂਬਰ ਨੇ। ਇੱਕ ਚੀਜ਼ ਹੋਰ ਯਾਦ ਰੱਖਿਓ, ਯੂਨਾਈਟਿਡ ਨੇਸ਼ਨ ਦੀ ਜਿਹੜੀ ਟਰਮ ਹੈ ਇਹ ਕਿਹਦੇ ਦੁਆਰਾ ਦਿੱਤੀ ਗਈ ਸੀ? ਅਮਰੀਕਾ ਦੇ ਇੱਕ ਪ੍ਰੈਜ਼ੀਡੈਂਟ ਸੀ ਜਿਹਦਾ ਨਾਮ ਸੀ ਫਰੈਂਕਲਿਨ ਡੀ ਰੂਜ਼ਵੈਲਟ। ਇਹ ਨਾਮ ਜ਼ਰੂਰ ਯਾਦ ਰੱਖਣਾ, ਫਰੈਂਕਲਿਨ ਡੀ ਰੂਜ਼ਵੈਲਟ, ਇਹਨਾਂ ਨੇ ਟਰਮ ਦਿੱਤੀ ਸੀ। ਤੇ ਯੂਨਾਈਟਿਡ ਨੇਸ਼ਨ ਦੇ ਅੱਜ ਦੇ ਟਾਈਮ 'ਚ 193 ਮੈਂਬਰ ਨੇ। ਸਭ ਤੋਂ ਲਾਸਟ ਤੇ ਜੁਆਇਨ ਕਰਨ ਵਾਲਾ ਜਿਹੜਾ ਕੰਟਰੀ ਉਹ ਹੈ ਸਾਊਥ ਸੁਡਾਨ। ਸਾਊਥ ਸੁਡਾਨ ਅਫਰੀਕਾ ਦਾ ਕੰਟਰੀ ਹੈ, ਇਹਨੇ 2011 ਦੇ ਵਿੱਚ ਜੁਆਇਨ ਕੀਤਾ ਸੀ ਯੂਨਾਈਟਿਡ ਨੇਸ਼ਨ ਨੂੰ। ਤੇ ਹੁਣ ਮੈਂਬਰ ਕਿੰਨੇ ਬਣ ਗਏ? 193। ਜਿਹੜੇ ਜਿਹੜੇ ਪੁਆਇੰਟ ਮੈਂ ਡਿਟੇਲ ਨਾਲ ਦੱਸ ਰਿਹਾ, ਸਟ੍ਰੈਸ ਦੇ ਕੇ ਉਹਨਾਂ ਨੂੰ ਯਾਦ ਰੱਖਿਓ, ਉਹਨਾਂ ਨੂੰ ਨੋਟ ਡਾਊਨ ਕਰ ਲਓ, ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਣਗੇ। ਕੁਝ ਫੈਕਟ ਨੇ ਯੂਨਾਈਟਿਡ ਨੇਸ਼ਨ ਬਾਰੇ। ਯੂਨਾਈਟਿਡ ਨੇਸ਼ਨ ਦਾ ਹੈੱਡਕੁਆਟਰ ਕਿੱਥੇ ਆ? ਨਿਊਯਾਰਕ ਦੇ ਵਿੱਚ, ਅਮਰੀਕਾ ਦੇ ਵਿੱਚ। ਫਾਊਂਡਿੰਗ ਮੈਂਬਰ ਕਿੰਨੇ ਸੀ ਤੇ ਮੁੱਢਲੇ ਮੈਂਬਰ 51। ਪ੍ਰੈਜ਼ੈਂਟ ਮੈਂਬਰ ਕਿੰਨੇ ਨੇ ਇਹਦੇ? 193। ਫਾਦਰ ਕੌਣ ਨੇ? ਯੂਐਨਓ ਦੇ ਰੂਜ਼ਵੈਲਟ, ਅਮਰੀਕਾ ਦੇ ਨੇ ਇਹ। ਫਾਊਂਡਿੰਗ ਕੰਟਰੀ ਆ, ਫਾਊਂਡਿੰਗ ਕੰਟਰੀ ਦੇ ਕਿਹੜੇ ਕਿਹੜੇ ਪਰਸਨ ਸੀ? ਯੂਐਸਏ ਵੱਲੋਂ ਰੂਜ਼ਵੈਲਟ ਸੀ, ਰਸ਼ੀਆ ਵੱਲੋਂ ਸਟਾਲਿਨ, ਬ੍ਰਿਟੇਨ ਵੱਲੋਂ ਚਰਚਿਲ। 30 ਅਕਤੂਬਰ 1945 ਨੂੰ ਇੰਡੀਆ ਦਾ ਮੈਂਬਰ ਬਣਦਾ, ਬਟ ਉਸ ਟਾਈਮ ਇੰਡੀਆ ਗੁਲਾਮ ਸੀ। ਇੰਡੀਆ ਇੱਕ ਆਜ਼ਾਦ ਕੰਟਰੀ ਦੇ ਤੌਰ ਤੇ ਦਾ ਮੈਂਬਰ 1947 ਦੇ ਵਿੱਚ ਬਣਦਾ, ਜਦੋਂ ਆਪਾਂ ਆਜ਼ਾਦ ਹੋ ਜਾਂਦੇ ਹਾਂ ਅੰਗਰੇਜ਼ਾਂ ਤੋਂ। ਕੁਝ ਹੋਰ ਫੈਕਟ ਨੇ, ਇਹਦੇ ਪਹਿਲੇ ਸੈਕਟਰੀ ਕੌਣ ਸੀ? ਟ੍ਰਿਗਵੇ ਲੀ, ਇਹ ਨਾਰਵੇ ਦੇ ਸੀ। ਪ੍ਰੈਜ਼ੈਂਟ ਕੌਣ ਨੇ? ਅੰਟੋਨੀਓ ਗੁਟੈਰਸ, ਇਹ ਪੁਰਤਗਾਲ ਦੇ ਨੇ। ਤੇ ਇਹਦੇ ਡਿਪਟੀ ਸੈਕਟਰੀ ਕੌਣ ਨੇ? ਜਨਰਲ ਅਮੀਨਾ ਜੇ ਮੁਹੰਮਦ। ਉਸ ਤੋਂ ਇਲਾਵਾ ਇਹਦੀਆਂ ਜਿਹੜੀਆਂ ਓਫੀਸ਼ੀਅਲ ਲੈਂਗੁਏਜਸ ਨੇ ਇਹ ਵੀ ਤੁਸੀਂ ਯਾਦ ਰੱਖਣੀਆਂ ਨੇ। ਇਹਨਾਂ ਨੂੰ ਯਾਦ ਰੱਖਣ ਲਈ ਇਹ ਐਕਰੋਨਿਮ ਯਾਦ ਰੱਖ ਲਿਓ, ਫ੍ਰੇਸਿਸ, ਐਫ ਤੇ ਫ੍ਰੈਂਚ, ਫਿਰ ਰਸ਼ੀਅਨ, ਅਰੈਬਿਕ, ਚਾਈਨੀਜ਼, ਇੰਗਲਿਸ਼ ਤੇ ਸਪੈਨਿਸ਼। ਉਸ ਤੋਂ ਇਲਾਵਾ ਇਹ 2 ਲੈਂਗੁਏਜ ਨੇ ਜਿਨ੍ਹਾਂ ਦੇ ਵਿੱਚ ਇਹਦਾ ਕੰਮ ਚੱਲਦਾ, ਇੰਗਲਿਸ਼ ਤੇ ਫ੍ਰੈਂਚ, ਦੇ ਵਿੱਚ ਇਹਨਾਂ ਦੀ ਵਰਕਿੰਗ ਹੁੰਦੀ ਆ। ਕਈ ਵਾਰ 7ਵੀਂ ਲੈਂਗੁਏਜ ਪੁੱਛ ਲੈਂਦੇ, ਉਹ ਹਿੰਦੀ ਆ, ਇਹ ਵੀ ਯਾਦ ਰੱਖਣਾ। ਯੂਨਾਈਟਿਡ ਨੇਸ਼ਨ ਦੇ ਫਲੈਗ ਬਾਰੇ ਵੀ ਯਾਦ ਰੱਖੋ ਕੁਝ ਫੈਕਟ। ਯੂਨਾਈਟਿਡ ਨੇਸ਼ਨ ਦਾ ਜਿਹੜਾ ਫਲੈਗ ਆ ਇਹ ਆ ਬਲੂ ਬੈਕਗਰਾਉਂਡ ਉੱਪਰ ਵਾਈਟ ਕਲਰ ਦੇ ਵਿੱਚ ਇਹਨਾਂ ਦਾ ਐਂਬਲਮ ਬਣਿਆ ਹੋਇਆ। ਐਂਬਲਮ ਦੇ ਵਿੱਚ ਕੀ ਆ? ਸੈਂਟਰ ਦੇ ਵਿੱਚ ਇਹਨਾਂ ਨੇ ਗਲੋਬ ਸ਼ੋ ਕੀਤਾ ਹੈ ਦੁਨੀਆ ਭਰ ਦੇ ਕੰਟਰੀਜ਼, ਤੇ ਆਲੇ ਦੁਆਲੇ ਜੈਤੂਨ, ਜਿਹਨੂੰ ਆਪਾਂ ਓਲਿਵ ਕਹਿੰਦੇ ਆ, ਓਲਿਵ ਦੇ ਬ੍ਰਾਂਚਸ ਸ਼ੋ ਕੀਤੀਆਂ ਗਈਆਂ ਨੇ, ਜਿਨ੍ਹਾਂ ਦਾ ਮਤਲਬ ਹੁੰਦਾ ਸ਼ਾਂਤੀ ਸਥਾਪਿਤ ਕਰਨਾ। ਇਹ ਸ਼ਾਂਤੀ ਨੂੰ ਰੈਪਰਜੈਂਟ ਕਰਦੀਆਂ ਨੇ। ਤੇ ਇਹਨੂੰ ਅਡਾਪਟ ਉਦੋਂ ਕੀਤਾ ਗਿਆ ਸੀ, ਇਹਨੂੰ ਅਡਾਪਟ ਕੀਤਾ ਗਿਆ ਸੀ 7 ਦਸੰਬਰ 1946 ਦੇ ਵਿੱਚ। ਇਹ ਚੀਜ਼ ਯਾਦ ਰੱਖਣੀ ਆ। ਅੱਗੇ ਆਪਾਂ ਦੇਖਾਂਗੇ ਯੂਨਾਈਟਿਡ ਨੇਸ਼ਨ ਦੀ ਸਟਰਕਚਰ, ਯੂਨਾਈਟਿਡ ਨੇਸ਼ਨ ਦੀ ਬਣਤਰ ਕੀ ਆ। ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣੇ ਕੋਲ 6 ਅੰਗ ਨੇ, ਕਿਹੜੇ ਕਿਹੜੇ? ਜਨਰਲ ਅਸੈਂਬਲੀ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਇੰਟਰਨੈਸ਼ਨਲ ਕਾਉਂਸਲ ਆਫ ਜਸਟਿਸ, ਯੂਐਨ ਸੈਕਟਰੀਏਟ, ਟਰਸਟੀਸ਼ਿਪ ਕਾਉਂਸਲ। ਇਹ 6 ਆਰਗਨ ਨੇ, ਇਹਨਾਂ ਦੇ ਬਾਰੇ ਆਪਾਂ 1 ਬਾਏ 1 ਸਟੱਡੀ ਕਰਾਂਗੇ। ਪਹਿਲਾ ਆਰਗਨ ਹੈ ਜਨਰਲ ਅਸੈਂਬਲੀ। ਇਹ ਤੁਸੀਂ ਫੋਟੋ ਦੇਖ ਰਹੇ ਹੋ ਜਨਰਲ ਅਸੈਂਬਲੀ ਦੀ। ਜਨਰਲ ਅਸੈਂਬਲੀ ਜਿਹੜੀ ਮੀਟਿੰਗ ਹੁੰਦੀ ਆ ਤੀਜੇ ਥਰਸਡੇ ਨੂੰ ਹੁੰਦੀ ਆ ਸਤੰਬਰ ਦੇ 15 ਦਸੰਬਰ ਤੱਕ। ਕਿੱਥੇ ਹੁੰਦੀ ਆ? ਨਿਊਯਾਰਕ ਦੇ ਵਿੱਚ। ਕਿੰਨੇ ਮੈਂਬਰ ਨੇ? 193। ਭਾਰਤ ਵੱਲੋਂ ਪਹਿਲੀ ਫੀਮੇਲ ਜਿਹੜੀ ਇਸ ਸੰਸਥਾ ਦੇ ਵਿੱਚ ਪ੍ਰੈਜ਼ੀਡੈਂਟ ਬਣੀ ਸੀ ਉਹ ਕੌਣ ਸੀ? ਵਿਜੇ ਲక్ష్ਮੀ ਪੰਡਿਤ। ਇਹ ਜਵਾਹਰ ਲਾਲ ਨਹਿਰੂ ਦੇ ਸਿਸਟਰ ਸੀ। ਇਹ ਸਟੈਟਿਕ ਪਾਰਟ ਤੋਂ ਇੰਪੋਰਟੈਂਟ ਆ, ਇਹ ਯਾਦ ਰੱਖਿਓ। ਉਸ ਤੋਂ ਇਲਾਵਾ ਹੁਣ ਇਹਨਾਂ ਦੀ 76ਵੀਂ ਮੀਟਿੰਗ ਹੋਣੀ ਆ, ਉਹਦੇ ਵਿੱਚ ਪ੍ਰੈਜ਼ੀਡੈਂਟ ਕੌਣ ਹੋਣਗੇ? ਅਬਦੁੱਲਾ ਸ਼ਾਹਿਦ, ਦਿਸ ਮੈਨ। ਅਬਦੁੱਲਾ ਸ਼ਾਹਿਦ ਕਿੱਥੋਂ ਦੇ ਨੇ? ਮਾਲਦੀਵ ਦੇ ਫੋਰਨ ਮਿਨਿਸਟਰ ਨੇ। ਆਪਾਂ ਕਰੰਟ ਅਫੇਅਰਸ ਵੀ ਪੜ੍ਹਿਆ ਸੀ, ਇਹ ਯਾਦ ਰੱਖਿਓ। 76ਵੀਂ ਇਹਨਾਂ ਦੀ ਮੀਟਿੰਗ ਹੋਣੀ ਆ, ਉਹਨੂੰ ਇਹ ਹੈੱਡ ਕਰਨਗੇ। ਇਹਦੇ ਫੰਕਸ਼ਨ ਕੀ ਨੇ? ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਕੰਮ ਕੀ ਨੇ? ਜਿਹੜੇ ਨਵੇਂ ਕੰਟਰੀ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਉਹਨਾਂ ਦੇ ਸੰਬੰਧ 'ਚ ਕੰਮ ਕਰਦੀ ਆ ਇਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ, ਤੇ ਬਜਟ ਨੂੰ ਅਡਾਪਟ ਕਰਦੀ ਆ। ਉਸ ਤੋਂ ਇਲਾਵਾ ਜਿਹੜੇ ਇਹਦੇ ਆਪਾਂ ਪੜਾਂਗੇ ਕਿਹੜੇ ਕਿਹੜੇ ਮੈਂਬਰਸ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ, ਪਰਮਾਨੈਂਟ ਤੇ ਨਾਨ ਪਰਮਾਨੈਂਟ ਮੈਂਬਰ ਨੇ, ਉਹਨਾਂ ਨੂੰ ਇਲੈਕਟ ਕਰਨ ਦੇ ਲਈ ਇਹ ਸੰਸਥਾ ਕੰਮ ਕਰਦੀ ਆ। ਅਗਲਾ ਆਰਗਨ ਹੈ ਸਿਕਿਉਰਿਟੀ ਕਾਉਂਸਲ। ਸਿਕਿਉਰਿਟੀ ਕਾਉਂਸਲ ਦੇ ਵਿੱਚ ਸਿਕਿਉਰਿਟੀ ਕਾਉਂਸਲ ਦਾ ਨਾਮ ਤੋਂ ਹੀ ਪਤਾ ਲੱਗਦਾ ਸਿਕਿਉਰਿਟੀ ਕਾਉਂਸਲ ਦਾ ਕੀ ਕੰਮ ਹੈ? ਆਰਬਿਟਰੇਟਸ ਇੰਟਰਨੈਸ਼ਨਲ ਸਿਕਿਉਰਿਟੀ ਇਸ਼ੂ। ਦੁਨੀਆ ਭਰ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਮੈਂਬਰ ਕੰਟਰੀ ਨੇ ਉਹਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਕੰਮ ਕਰਦੀ ਹੈ ਸੰਸਥਾ, ਜਿਹਨੂੰ ਆਪਾਂ ਕਹਿੰਦੇ ਹਾਂ ਸਿਕਿਉਰਿਟੀ ਕਾਉਂਸਲ। ਇਹਦੇ ਵਿੱਚ 15 ਮੈਂਬਰ ਨੇ ਟੋਟਲ, 5 ਇਹਦੇ ਪੱਕੇ ਮੈਂਬਰ ਨੇ ਤੇ 10 ਇਹਨਾਂ ਦੇ ਨਾਨ ਪਰਮਾਨੈਂਟ ਮੈਂਬਰ ਨੇ। ਜਿਹੜੇ ਨਾਨ ਪਰਮਾਨੈਂਟ ਮੈਂਬਰ ਹੁੰਦੇ ਆ ਉਹ ਹਰੇਕ 2 ਸਾਲ ਵਾਸਤੇ ਚੁਣੇ ਜਾਂਦੇ ਆ। ਕਿਹੜੇ ਕਿਹੜੇ ਪਰਮਾਨੈਂਟ ਮੈਂਬਰ ਨੇ ਇੱਕ ਵਾਰ ਯਾਦ ਦੇਖ ਲਓ, ਯਾਦ ਰੱਖਿਓ। ਇਹ ਬ੍ਰਿਟੇਨ, ਰਸ਼ੀਆ, ਅਮਰੀਕਾ, ਫਰਾਂਸ, ਚੀਨ। ਬਰਤਾਨੀਆ, ਰੂਸ, ਅਮਰੀਕਾ, ਫਰਾਂਸ ਤੇ ਚੀਨ, ਇਹਦੇ 5 ਸਿਕਿਉਰਿਟੀ ਕਾਉਂਸਲ ਦੇ ਪਰਮਾਨੈਂਟ ਮੈਂਬਰ ਨੇ। ਇਹਨਾਂ ਦੇ ਨਾਮ ਯਾਦ ਰੱਖਣੇ ਨੇ। ਇਹਨਾਂ ਕੋਲ ਵੀਟੋ ਪਾਵਰ ਹੈ। ਵੀਟੋ ਪਾਵਰ ਦਾ ਮਤਲਬ ਕੀ ਹੈ? ਇਹਨਾਂ ਕੋਲ ਡਿਸੀਜਨ ਮੇਕਿੰਗ ਪਾਵਰ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ। ਉਸ ਤੋਂ ਇਲਾਵਾ G4, ਕੁਝ ਇਹਨਾਂ ਦੇ G4 ਮੈਂਬਰ ਨੇ, ਜਰਮਨੀ, ਜਾਪਾਨ, ਇੰਡੀਆ ਤੇ ਬ੍ਰਾਜ਼ੀਲ। ਇਹ ਕਿਹੜੇ ਨੇ? ਪਰਮਾਨੈਂਟ ਪ੍ਰੋਗਰੈਸ ਕੰਟਰੀਜ਼। ਜਿਹੜੇ ਦੇ ਪਰਮਾਨੈਂਟ ਪ੍ਰੋਗਰੈਸ ਕੰਟਰੀ ਨੇ ਇਹ ਵੀ ਤੁਸੀਂ ਯਾਦ ਰੱਖਣੇ ਨੇ। ਇਸ ਤੋਂ ਇਲਾਵਾ ਇੰਡੀਆ 8 ਵਾਰ ਜਨਰਲ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਬਣ ਚੁੱਕਿਆ, ਇਹ ਗੱਲ ਵੀ ਯਾਦ ਰੱਖਣੀ। ਅਗਲਾ ਜਿਹੜਾ ਆਰਗਨ ਉਹ ਹੈ ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਪੰਜਾਬੀ ਵਿੱਚ ਕਹਿੰਦੇ ਨੇ ਆਰਥਿਕ ਤੇ ਸਮਾਜਿਕ ਪ੍ਰੀਸ਼ਦ। ਇਹਦੇ ਨਾਮ ਤੋਂ ਪਤਾ ਲੱਗਦਾ ਕਿ ਇਹ ਬਾਡੀ ਕਿਸ ਚੀਜ਼ ਲਈ ਕੰਮ ਕਰਦੀ ਆ? ਇਕਨੋਮਿਕ ਤੇ ਸੋਸ਼ਲ ਡਿਵੈਲਪਮੈਂਟ ਲਈ ਕੰਮ ਕਰਦੀ ਆ ਦੁਨੀਆ ਭਰ ਦੇ ਵਿੱਚ। ਤੇ ਇਹਦੇ ਕਿੰਨੇ ਮੈਂਬਰ ਨੇ ਟੋਟਲ? 54 ਮੈਂਬਰ ਨੇ। ਤੇ
ਜਿਹਨਾਂ ਦਾ ਟਾਈਮ ਪੀਰੀਅਡ ਹੁੰਦਾ ਉਹ 3 ਸਾਲ ਦਾ ਹੁੰਦਾ ਤੇ ਇੱਕ ਬੜਾ 3 ਮੈਂਬਰ ਹਰੇਕ 1 ਸਾਲ ਬਾਅਦ ਬਦਲ ਜਾਂਦੇ ਨੇ। ਅਗਲੀ ਜਿਹੜੀ ਸੰਸਥਾ ਉਹ ਹੈ ਇੰਟਰਨੈਸ਼ਨਲ ਕੋਰਟ, ਜਿਹਨੂੰ ਆਪਾਂ ਕਹਿੰਦੇ ਆ ਅੰਤਰਰਾਸ਼ਟਰੀ ਅਦਾਲਤ। ਇਹਦੀ ਸਥਾਪਨਾ ਵੀ 1946 ਦੇ ਵਿੱਚ ਹੋਈ ਸੀ। ਕਿੱਥੇ ਇਹਦਾ ਹੈੱਡਕੁਆਟਰ? ਹੇਗ ਦੇ ਵਿੱਚ, ਨੈਦਰਲੈਂਡ ਦੇ ਵਿੱਚ। ਨੈਦਰਲੈਂਡ ਦੇ ਵਿੱਚ ਇੱਕ ਸ਼ਹਿਰ ਆ ਦਾ ਹੇਗ, ਉੱਥੇ ਦਾ ਹੈੱਡਕੁਆਟਰ ਆ। ਇਹ ਦੋ ਤਰ੍ਹਾਂ ਦੇ ਕੇਸ ਦੇਖਦਾ, ਕ੍ਰਿਮੀਨਲ ਕੇਸ ਤੇ ਸਿਵਲ ਕੇਸ। ਕਿਹਦੇ ਵਿਚਕਾਰ? ਅਲੱਗ-ਅਲੱਗ ਦੇਸ਼ਾਂ ਦੇ ਵਿਚਕਾਰ। ਇੱਕ ਜਾਂ ਇੱਕ ਤੋਂ ਵੱਧ ਦੇਸ਼ਾਂ ਦੇ ਵਿਚਕਾਰ ਜੇ ਕੋਈ ਡਿਸਪਿਊਟ ਆ, ਕੋਈ ਰੌਲਾ, ਤਾਂ ਉਹਦੀ ਸੁਣਵਾਈ ਕਿੱਥੇ ਹੋਏਗੀ? ਇੰਟਰਨੈਸ਼ਨਲ ਕੋਰਟ ਦੇ ਵਿੱਚ ਹੋਏਗੀ। ਤੇ ਇੰਟਰਨੈਸ਼ਨਲ ਕੋਰਟ ਦੇ ਵਿੱਚ 15 ਜੱਜ ਹੁੰਦੇ ਨੇ, ਇਹ ਤੁਸੀਂ ਯਾਦ ਰੱਖਣਾ। ਤੇ ਹਰੇਕ ਜੱਜ ਦਾ ਜਿਹੜਾ ਟਾਈਮ ਪੀਰੀਅਡ ਉਹ ਕਿੰਨਾ ਹੁੰਦਾ? 9 ਸਾਲ ਦਾ ਹੁੰਦਾ। ਹੁਣ ਤੱਕ ਕਿਹੜੇ-ਕਿਹੜੇ ਇੰਡੀਅਨ ਇਹਦੇ ਵਿੱਚ ਜਸਟਿਸ ਰਹਿ ਚੁੱਕੇ ਨੇ, ਉਹਨਾਂ ਦੇ ਨਾਮ ਯਾਦ ਰੱਖਣੇ ਨੇ, ਜਿਸ ਤਰ੍ਹਾਂ ਨਾਲ BN ਰਾਓ, ਨਗੇਂਦਰ ਸਿੰਘ, ਰਘੁਨੰਦਨ ਸਵਰੂਪ, ਦਲਬੀਰ ਭੰਡਾਰੀ। ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਜਿਹੜੇ ਫਸਟ ਚੀਫ ਜਸਟਿਸ ਰਹੇ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ, ਜਿਹੜੇ ਇੰਡੀਅਨ ਸੀ, ਉਹ ਕੌਣ ਸੀ? ਨਗੇਂਦਰ ਸਿੰਘ, ਦਿਸ ਮੈਨ। ਵੈਰੀ ਇੰਪੋਰਟੈਂਟ, ਇਹ ਸਟੈਟਿਕ ਜੀਕੇ ਦਾ ਪਾਰਟ ਆ, ਯਾਦ ਰੱਖਿਓ। ਅੱਗੇ ਹੈ ਸੈਕਰੇਟਰੀਏਟ, ਜਿਹਨੂੰ ਸਕੱਤਰੇਤ ਕਹਿੰਦੇ ਆ। ਇਹਦਾ ਕੀ ਕੰਮ ਹੈ? ਇਹ ਐਡਮਿਨਿਸਟ੍ਰੇਟਿਵ ਦੇ ਅਲੱਗ-ਅਲੱਗ ਜਿਹੜੇ ਕੰਮ ਨੇ, ਜਿਸ ਤਰ੍ਹਾਂ ਨਾਲ ਕਾਨਫਰੰਸ ਵਗੈਰਾ ਨੂੰ ਆਰਗੇਨਾਈਜ਼ ਕਰਨਾ ਜਾਂ ਰਿਪੋਰਟ ਵਗੈਰਾ ਲਿਖਣਾ ਜਾਂ ਉਹਨਾਂ ਨੂੰ ਬਜਟ ਦੇ ਨਾਲ ਸੰਬੰਧਿਤ ਕੰਮ ਕਰਨਾ, ਉਹਦੇ ਲਈ ਇਹ ਕੰਮ ਕਰਦਾ ਸਕੱਤਰੇਤ। ਤੇ ਸਕੱਤਰੇਤ ਦੇ ਵਿੱਚ ਜਿਹੜੇ ਸੈਕਰੇਟਰੀ ਹੁੰਦੇ ਨੇ, ਉਹਨਾਂ ਦੀ 5 ਸਾਲ ਦੀ ਡਿਊਰੇਸ਼ਨ ਹੁੰਦੀ ਆ ਕੰਮ ਕਰਨ ਦੀ, ਮਤਲਬ ਉਹਨਾਂ ਦੀ ਜਿਹੜੀ ਟੈਨਿਓਰ ਹੁੰਦਾ ਉਹ 5 ਸਾਲ ਦਾ ਹੁੰਦਾ। ਤੇ ਹੁਣ ਤੱਕ ਕਿਹੜੇ-ਕਿਹੜੇ ਆਪਾਂ ਯਾਦ ਰੱਖਣੇ ਨੇ, ਜਿਸ ਤਰ੍ਹਾਂ ਨਾਲ ਪਹਿਲੇ ਸਕੱਤਰੇਤ ਕੌਣ ਸੀ? ਟ੍ਰਿਗਵੇ ਲੀ, ਇਹ ਨਾਰਵੇ ਦੇ ਸੀ। ਤੇ 8ਵੇਂ ਨੰਬਰ ਵਾਲੇ ਕੌਣ ਸੀ? ਬਾਨ ਕੀ ਮੂਨ, ਇਹ ਸਾਊਥ ਕੋਰੀਆ ਦੇ ਸੀ ਤੇ 2 ਟਰਮਾਂ ਲਈ ਰਹੇ, 2007 ਤੋਂ ਲੈ ਕੇ 17 ਤੱਕ। ਤੇ ਹੁਣ ਕੌਣ ਨੇ ਪ੍ਰੈਜ਼ੀਡੈਂਟ? ਜਿਹੜੇ 9ਵੇਂ ਨੰਬਰ ਵਾਲੇ ਨੇ ਉਹ ਨੇ ਐਂਟੋਨੀਓ ਗੁਟੈਰੇਸ, ਇਹ ਪੁਰਤਗਾਲ ਦੇ ਨੇ। ਇਹ ਗੱਲ ਵੀ ਯਾਦ ਰੱਖਣੀ ਆ। ਅਗਲਾ ਆਰਗਨ ਹੈ ਟਰਸਟੀਸ਼ਿਪ ਕਾਉਂਸਿਲ। ਇਹ 1994 ਚ ਕੰਮ ਕਰਨਾ ਬੰਦ ਕਰਤਾ ਸੀ, ਤਾਂ ਕਰਕੇ ਐਗਜ਼ਾਮ ਦੇ ਵਿੱਚ ਇਹਦੇ ਬਾਰੇ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ ਹੈਗਾ। ਤੇ ਇਹੀ 6 ਆਰਗਨ ਨੇ ਜਿਹੜੇ ਆਪਾਂ ਸਟੱਡੀ ਕਰ ਚੁੱਕੇ ਹਾਂ, ਇਹ UN ਦੇ ਇੰਪੋਰਟੈਂਟ ਨੇ। ਜਿਹੜੇ ਮੈਂ ਪੁਆਇੰਟਸ ਦੇ ਉੱਪਰ ਸਟ੍ਰੈਸ ਦਿੱਤਾ ਉਹਨਾਂ ਨੂੰ ਨੋਟ ਡਾਊਨ ਕਰ ਲਿਓ, ਉਹਨਾਂ ਦੇ ਵਿੱਚੋਂ ਕੁਐਸਚਨ ਆਉਣਗੇ ਡੈਫੀਨਿਟਲੀ। ਥੈਂਕ ਯੂ ਫॉर ਵਾਚਿੰਗ ਦ ਵੀਡੀਓ।